ਬੜਾ ਸੂਤ ਲੱਗਾ। ਹਰ ਰੋਜ਼ ਸਾਡੀ ਡਬਲ ਦਿਹਾੜੀ ਬਣ ਜਾਂਦੀ ਸੀ। ਸਾਡੀ ਕੰਪਨੀ ਵਿੱਚ ਕੋਈ 80 ਕੁ ਬੰਦੇ ਕੰਮ ਕਰਦੇ ਸਨ। 5 ਫੋਰਮੈਨ ਸਨ ਤੇ ਉਹਨਾਂ ਆਪਣੇ ਆਪਣੇ ਬੰਦੇ ਵੰਡ ਕੇ ਰੱਖੇ ਹੋਏ ਸਨ। ਸਾਡੇ ਗਰੁੱਪ ਦਾ ਫੋਰਮੈਨ ਸੀ ਟੋਨੀ ਜਲਖ। ਅਜੇ ਸਾਡੇ ਵਰਗਾ ਨੌਜਵਾਨ ਸੀ। ਉਹ ਇੰਗਲਿਸ਼ ਚੰਗੀ ਬੋਲ ਲੈਂਦਾ ਸੀ। ਜਿਹੜੀ ਗੱਲ ਸਾਨੂੰ ਅਰਬੀ ਵਿੱਚ ਸਮਝ ਨਾ ਆਉਣੀ ਉਹ ਉਹਨੇ ਅੰਗਰੇਜ਼ੀ ਵਿੱਚ ਸਮਝਾ ਦੇਣੀ। ਸਾਨੂੰ 4 ਜਣਿਆਂ ਨੂੰ, ਮੈਨੂੰ, ਸ਼ਮਸ਼ੇਰ, ਰਾਣਾ ਤੇ ਬਿੰਦਰ ਨੂੰ ਕੰਪਰੈਸ਼ਰ ਦਾ ਕੰਮ ਸੌਂਪ ਦਿੱਤਾ। ਕੰਪਰੈਸ਼ਰ ਨਾਲ ਫਰਦ ਮਸ਼ੀਨ ਚੱਲਦੀ ਸੀ ਜਿਸ ਨਾਲ ਅਸੀਂ ਪਹਾੜਾਂ ਦੇ ਪੱਥਰਾਂ ਵਿੱਚ ਮੀਟਰ ਤੱਕ ਛੇਕ ਕਰਕੇ ਵਿੱਚ ਬਰੂਦ ਭਰ ਦਿੰਦੇ ਸੀ ਤੇ ਛੁੱਟੀ ਹੋਣ ਤੋਂ ਪਹਿਲੇ 2 ਘੰਟੇ ਪਹਿਲਾਂ ਅਸੀਂ ਬਰੂਦ ਦੇ ਪਲੇਤਿਆਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੰਦੇ ਸੀ। ਜਲਦੀ ਹੋਈ ਸਿਗਰਟ ਨਾਲ ਪਲੇਤੇ ਨੂੰ ਅੱਗ ਲਾਉਣੀ ਬਹੁਤ ਆਸਾਨ ਹੁੰਦੀ ਹੈ। ਫੋਰਮੈਨ 3 ਸਿਗਰਟਾਂ ਮਾਲਬਰੋ ਦੀਆਂ ਡੱਬੀਆਂ ਸਾਨੂੰ ਦੇ ਦੇਣੀਆਂ। ਪਲੇਤੇ ਨੂੰ ਅੱਗ ਲਾਉਂਦੇ ਲਾਉਂਦੇ ਅਸੀਂ ਸੂਟਾ ਵੀ ਖਿੱਚਣ ਲੱਗ ਪਏ। ਇਸ ਤਰ੍ਹਾਂ ਸਿਗਰਟਾਂ ਪੀਣ ਦੀ ਆਦਤ ਵੀ ਪੈ ਗਈ। ਖੈਰ ਪੈਸੇ ਸਾਡੇ ਬਹੁਤ ਬਣਨ ਲੱਗ ਪਏ। ਇਸ ਕਰਕੇ ਕੰਪਨੀ ਦੇ ਦੂਜੇ ਬੰਦੇ ਸਾਡੇ ਨਾਲ ਖਾਰ ਖਾਣ ਲੱਗ ਪਏ। ਸਾਡੀਆਂ ਆਪਣੇ ਆਪਣੇ ਫੋਰਮੈਨਾਂ ਨੂੰ ਸ਼ਿਕਾਇਤਾਂ ਲਾਉਣ ਲੱਗ ਪਏ। ਇਹਨਾਂ ਚੌਹਾਂ ਦੇ ਪੈਸੇ ਸਾਡੇ ਤੋਂ ਡਬਲ ਹੁੰਦੇ ਹਨ, ਸਾਡੇ ਪੈਸੇ ਵੀ ਵਧਾਓ। ਖੈਰ ਉਹਨਾਂ ਦੀ ਕੋਈ ਪੇਸ਼ ਨਾ ਗਈ। ਇਸ ਮਸਲੇ ਤੇ ਸਾਡੀ ਬਹਿਸ ਵੀ ਹੋਣ ਲੱਗ ਪਈ। ਕਿਤੇ ਕਿਤੇ ਗਾਲੀ ਗਲੋਚ ਵੀ ਹੋਣ ਲੱਗ ਪਈ। ਇਹ ਸਾਰੇ ਮੁੰਡੇ ਪਿੰਡ ਤਲਵੰਡੀ ਕੋਕਿਆਂ ਦੇ ਸਨ। ਕੋਈ 25 ਕੁ ਮੁੰਡੇ, ਕੁਝ ਸਿਆਣੇ ਬੰਦੇ ਸਨ ਉਸ ਪਿੰਡ ਦੇ। ਇਹੀ ਸਾਡੇ ਤੋਂ ਜ਼ਿਆਦਾ ਖਾਰ ਖਾਂਦੇ ਸਨ। ਕੁਝ ਦਿਨਾਂ ਤੋਂ ਸ੍ਰੀਲੰਕਾ ਦੀ ਇੱਕ ਜ਼ਨਾਨੀ ਸਾਡੇ ਕਮਰੇ ਵਿੱਚ ਆਉਂਦੀ ਸੀ ਸ਼ਨੀਚਰ ਇਤਵਾਰ ਨੂੰ, ਜਿਹੜੀ ਕਿ ਸ਼ੇਰ ਦੀ ਦੋਸਤ ਸੀ। ਉੱਥੇ ਤਕਰੀਬਨ ਕਾਫੀ ਮੁੰਡਿਆਂ ਨੇ ਆਪਣੀਆਂ ਗਰਲ ਫਰੈਂਡਾਂ ਰੱਖੀਆਂ ਹੋਈਆਂ ਸਨ। ਬਹੁਤੇ ਲਿਬਨਾਨੀਆਂ ਨੇ ਘਰ ਨੌਕਰਾਣੀਆਂ ਰੱਖੀਆਂ ਹੋਈਆਂ ਹੁੰਦੀਆਂ ਸੀ। ਉਹਨਾਂ 5 ਦਿਨ ਸ਼ੇਖ ਦੇ ਘਰ ਰਹਿਣਾ ਤੇ ਕੰਮ ਕਰਨਾ। ਛੁੱਟੀ ਵਾਲੇ ਦਿਨ ਉਹ ਜਿੱਧਰ ਮਰਜ਼ੀ ਜਾ ਸਕਦੀਆਂ ਸਨ। ਕੁੜੀਆਂ ਤੇ ਜ਼ਨਾਨੀਆਂ ਦੀ ਹਾਲਤ ਮਾੜੀ ਹੀ ਹੁੰਦੀ ਆ। ਦਿਸਦੀਆਂ ਸਨ ਕਿ ਦਿਨ ਵੇਲੇ ਕੰਮ ਕਰਦੀਆਂ, ਪੋਚੇ ਲਾਉਂਦੀਆਂ, ਥੱਕੀਆਂ ਹੁੰਦੀਆਂ ਤੇ ਰਾਤ ਨੂੰ ਸ਼ੇਖ ਕਹਿੰਦੇ ਹਨ ਕਿ ਸਾਡੀਆਂ ਲੱਤਾਂ ਕੁੱਟੋ। ਤੁਸੀਂ ਸਮਝ ਹੀ ਗਏ ਹੋਵੋਗੇ ਮੇਰੇ ਇਸ਼ਾਰੇ ਨੂੰ। ਅਸੀਂ 4 ਜਣੇ ਕਿਤੇ ਦੋਸਤਾਂ ਨੂੰ ਮਿਲਣ ਗਏ ਹੋਏ ਸੀ। ਹਰ ਸੰਡੇ ਨੂੰ ਅਸੀਂ ਆਪਣਾ ਕੰਮ ਨਿਬੇੜ ਕੇ ਅਸੀਂ ਟੈਕਸੀ ਕਰਨੀ ਤੇ ਕਿਤੇ ਨਾ ਕਿਤੇ ਤੁਰੇ ਹੀ ਰਹਿਣਾ। 2 ਹਫ਼ਤੇ ਬਾਅਦ ਤਨਖਾਹ ਮਿਲੀ 750 ਲੀਰੋ ਲਿਬਨਾਨੀ ਪੈਸੇ। ਉਹਨਾਂ ਚੋਂ 400 ਲੀਰਾ ਏਜੰਟ ਨੂੰ ਦੇ ਕੇ ਉਹਦੇ ਨਾਲ ਹਿਸਾਬ ਨਿਬੇੜਿਆ ਤੇ ਬਾਕੀ ਦੇ ਪੈਸਿਆਂ ਨਾਲ ਅਸੀਂ ਰਲ ਕੇ ਕੁਝ ਕੰਬਲ, ਚੁੱਲ੍ਹੇ, ਭਾਂਡੇ ਤੇ ਖਾਣ ਪੀਣ ਦਾ ਸਮਾਨ ਲਿਆਂਦਾ। ਉਸ ਦਿਨ ਅਸੀਂ ਰੱਜ ਕੇ ਰੋਟੀ ਖਾਧੀ ਤੇ ਆਰਾਮ ਨਾਲ ਸੁੱਤੇ। ਇੰਨੀਆਂ ਤੰਗੀਆਂ ਕੱਟੀਆਂ ਪਰ ਅਸੀਂ ਘਰਦਿਆਂ ਨੂੰ ਚਿੱਠੀ ਰਾਜ਼ੀ ਖੁਸ਼ੀ ਦੀ ਹੀ ਲਿਖਦੇ ਸੀ। ਅਸੀਂ ਸੋਚਣਾ ਆਪ ਤਾਂ ਦੁਖੀ ਹਾਂ, ਹੁਣ ਘਰਦਿਆਂ ਨੂੰ ਕਿਉਂ ਦੁਖੀ ਕਰਨਾ। ਇਸੇ ਤਰ੍ਹਾਂ 1.5 ਕੁ ਸਾਲ ਲੰਘ ਗਿਆ। ਚੰਗੇ ਪੈਸੇ ਕਮਾਏ। ਜਿੰਨੇ ਪੈਸੇ ਹੁੰਦੇ ਮੈਂ ਆਪਣੀ ਮਾਂ ਨੂੰ ਪਾ ਦਿੰਦਾ। ਮੇਰਾ ਪਿਓ ਮੇਰੀ ਮਾਂ ਨੂੰ ਖਰਚਾ ਬੜੀ ਕੰਜੂਸੀ ਨਾਲ ਹੀ ਦਿੰਦਾ ਸੀ ਤੇ ਮੈਂ ਸੋਚਿਆ ਹੁਣ ਮਾਂ ਨੂੰ ਕਿਸੇ ਗੱਲੋਂ ਤੰਗੀ ਨਹੀਂ ਕੱਟਣ ਦੇਣੀ। ਮੈਨੂੰ ਬਾਅਦ 'ਚ ਪਤਾ ਲੱਗਾ ਕਿ ਮੇਰੀ ਮਾਂ ਨੇ 25,000 ਰੁਪਏ ਕਿਸੇ ਨੂੰ ਵਿਆਜ ਤੇ ਦੇ ਦਿੱਤੇ ਕਿ ਮੇਰੇ ਪੁੱਤ ਦੇ ਪੈਸੇ ਹੋਰ ਵੱਧ ਜਾਣਗੇ। ਜਿੰਨਾ ਪੈਸੇ ਲਏ ਸੀ ਉਹਨਾਂ ਪੈਸੇ ਏਜੰਟ ਨੂੰ ਦੇ ਕੇ ਆਪਣਾ ਮੁੰਡਾ ਇੰਗਲੈਂਡ ਭੇਜ ਦਿੱਤਾ ਅਤੇ ਕੁਝ ਦੇਰ ਬਾਅਦ ਉਹ ਮੀਆਂ ਬੀਵੀ ਮਰ ਗਏ। ਉਹਨਾਂ ਨਾਲ ਸਾਡੀ ਮਾਂ ਦੇ ਪੈਸੇ ਵੀ ਮਰ ਗਏ। ਇੱਥੇ ਕਿਹੜਾ ਕੋਈ ਲੇਖ ਲਿਖਾ ਕੀਤਾ ਸੀ, ਬਸ ਹੱਥ ਉਧਾਰ ਹੀ ਸੀ ਨਾ। ਹੁਣ ਮੈਂ ਮਾਂ ਨੂੰ ਕੀ ਕਹਿ ਸਕਦਾ ਸੀ। ਹੱਡ ਤੋੜ ਕੇ ਕੀਤੀ ਕਮਾਈ ਕਿਸੇ ਦੇ ਵੀ ਕੰਮ ਨਾ ਆ ਸਕੀ। ਪੈਸੇ ਚੰਗੇ ਬਣਦੇ ਸੀ। ਜਿਹੜੀ ਵਧੀਆ ਜਗ੍ਹਾ ਕਿਸੇ ਲਿਬਨਾਨੀ ਨੇ ਦੱਸਣੀ ਅਸੀਂ ਉਹਨੂੰ ਹੀ ਵੇਖਣ ਤੁਰ ਜਾਣਾ। ਪੂਰੀ ਐਸ਼ ਉਡਾਈ, ਖਾਦਾ ਪੀਤਾ। ਕੁੜੀ ਸਾਡੇ ਕਮਰੇ 'ਚ ਆਈ ਹੋਈ ਸੀ ਤੇ ਅਸੀਂ ਰਾਤ ਨੂੰ ਆਉਣ ਵਿੱਚ ਲੇਟ ਹੋ ਗਏ। ਕੁੜੀ ਦਾ ਨਾਂ ਸੀ ਗੰਗਾ। ਗੰਗਾ ਨੇ ਦੱਸਿਆ ਕਿ ਮੇਰੇ ਨਾਲ ਇਸ ਕਮਰੇ ਦੇ ਮੁੰਡਿਆਂ ਨੇ ਛੇੜਖਾਨੀ ਕੀਤੀ ਆ। ਅਸੀਂ ਅੱਗਾ ਦੇਖਿਆ ਨਾ ਪਿੱਛਾ, ਗੰਗਾ ਨੂੰ ਨਾਲ ਲਿਆ, ਚੁੱਕ ਲਈਆਂ ਡਾਂਗਾਂ ਤੇ ਰਾਤ ਦੇ ਕੋਈ 12 ਕੁ ਵਜੇ ਸਨ। ਤਕਰੀਬਨ ਸਾਰੇ ਘੂਕ ਸੁੱਤੇ ਪਏ ਸਨ। ਗੰਗਾ ਨੇ ਸਾਨੂੰ ਦੱਸ ਦਿੱਤਾ ਕਿ ਇਹ ਮੁੰਡੇ ਨੇ ਬਿੰਦਰ ਨੂੰ ਤੇ ਸ਼ੇਰ ਨੂੰ ਅਸੀਂ ਆਪਣੇ ਪਿੱਛੇ ਕਰ ਲਿਆ। ਭਈ ਤੁਸੀਂ ਇਹ ਖਿਆਲ ਰੱਖਣਾ ਕਿ ਕੋਈ ਸਾਡੀ ਪਿੱਠ ਪਿੱਛੋਂ ਵਾਰ ਨਾ ਕਰੇ। ਮੈਂ ਤੇ ਰਾਣਾ ਅਸੀਂ ਦੋਵੇਂ ਮੁੰਡਿਆਂ ਦੀਆਂ ਹਿੱਕਾਂ
ਸੜਕਾਂ ਤੇ ਬਹਿ ਗਏ। ਉਹਨਾਂ ਕਾਫੀ ਸ਼ਰਾਬ ਪੀਤੀ ਹੋਈ ਸੀ। ਫਿਰ ਪਤਾ ਨਾ ਲੱਗੇ ਕਿੱਧਰੋਂ ਚਪੇੜਾਂ, ਮੁੱਕੇ ਤੇ ਠੁੱਡੇ ਪੂਰੇ ਰੂਹ ਵਾਂਗੂ ਪਿੰਜ ਸੁੱਟੇ। ਉਹਨਾਂ ਅੱਧ ਸੁੱਤਿਆਂ ਨੂੰ ਪਤਾ ਹੀ ਨਾ ਲੱਗਾ ਕਿ ਕੀ ਹੋਇਆ। ਜਦੋਂ ਚੀਕ ਚਿਹਾੜਾ ਪਿਆ ਤਾਂ ਸਾਰੇ ਅੱਖਾਂ ਮਲਦੇ ਉੱਠ ਪਏ। ਅਸੀਂ ਕਿਹਾ ਕਿ ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ, ਇਹਨਾਂ ਨੇ ਕੁੜੀ ਨੂੰ ਛੇੜਿਆ ਹੈ ਤੇ ਇਸ ਕਰਕੇ ਇਹਨਾਂ ਦੇ ਸਿੰਘ ਅਸੀਂ ਚੰਗੀ ਤਰ੍ਹਾਂ ਚੋਪੜ ਦਿੰਨੇ ਆ। ਜੇ ਕੋਈ ਹਮੈਤੀ ਵਿੱਚ ਉੱਠਿਆ ਤਾਂ ਉਹਦਾ ਝਾਂਬਾ ਅਸੀਂ ਉੱਠਦੇ ਸਾਰ ਹੀ ਲਾ ਦੇਣਾ। ਜਿੱਥੇ ਜਿੱਥੇ ਪਏ ਹੋਏ ਉਹ ਪਏ ਰਵੋ। ਜਦੋਂ ਸਾਡੀ ਪੂਰੀ ਤਸੱਲੀ ਹੋ ਗਈ ਤਾਂ ਉਹਨਾਂ ਤੋਂ ਬੈਠਕਾਂ ਕਢਵਾਈਆਂ ਤੇ ਗੰਗਾ ਦੇ ਪੈਰੀਂ ਹੱਥ ਲਵਾਏ ਤੇ ਮੁਆਫੀ ਮੰਗਾਈ। ਇਹਨੇ ਨੂੰ ਉੱਥੇ ਰੌਲੀ ਪੈ ਗਈ ਕਿ ਕੁਟਈਏ ਆ ਗਏ। ਅਸੀਂ ਸਾਰੇ ਇੱਧਰ ਉੱਧਰ ਨੱਠੇ ਤੇ ਕੋਈ ਝਾੜੀਆਂ ਵਿੱਚ ਲੁਕ ਗਿਆ ਤੇ ਕਾਫੀ ਸਾਰੇ ਫੜੇ ਗਏ। ਮੈਂ ਭੱਜਿਆ ਤੇ ਹਨੇਰੇ ਕਾਰਨ ਮੇਰੀ ਲੱਤ ਵਿੱਚ ਪੱਥਰ ਲੱਗਾ ਤੇ ਸੱਟ ਗੋਡੇ ਤੋਂ ਥੱਲੇ ਹੱਡੀ ਵਿੱਚ ਲੱਗ ਗਈ। ਕਤਈਆਂ ਹੱਥੋਂ ਤੇ ਬਚ ਗਿਆ ਪਰ ਲੱਤ ਜ਼ਖਮੀ ਹੋ ਗਈ। ਮੇਰੇ ਸੱਟ ਲੱਗਣ ਨਾਲ ਲੱਤ ਦੀ ਸੋਜ ਬਹੁਤ ਵੱਧ ਗਈ। ਫੋਰਮੈਨ ਨੇ ਮੈਨੂੰ ਕਾਰ ਵਿੱਚ ਬਿਠਾਇਆ ਤੇ ਹਸਪਤਾਲ ਲੈ ਗਿਆ। ਉਹਨਾਂ ਮੈਨੂੰ 3 ਦਿਨ ਹਸਪਤਾਲ ਵਿੱਚ ਤਨਖਾਹ ਤੇ ਛੁੱਟੀ ਦੇ ਦਿੱਤੀ ਤੇ ਕਿਹਾ 2 ਹਫ਼ਤੇ ਕੰਮ ਤੋਂ ਛੁੱਟੀ। ਫੋਰਮੈਨ ਹਰ ਰੋਜ਼ ਮੇਰੀ ਖਬਰ ਲੈਣ ਹਸਪਤਾਲ ਜਾਂਦਾ ਸੀ ਤੇ ਉਹਦੇ ਨਾਲ ਮੇਰੇ ਕਮਰੇ ਵਾਲੇ ਹੋਰ ਦੋਸਤ ਵੀ ਜਾਂਦੇ ਸਨ। ਮੈਂ ਘਰ ਆ ਗਿਆ ਤੇ ਕੁਝ ਰੈਸਟ ਤਾਂ ਮਿਲ ਗਈ, ਪਰ ਇਹ ਗੱਲ ਮੈਨੂੰ ਖਾਈ ਜਾਵੇ ਕਿ ਮੈਂ 2 ਹਫ਼ਤੇ ਦੀ ਕਮਾਈ ਦਾ ਘਾਟਾ ਕਿਵੇਂ ਪੂਰਾ ਕਰਾਂਗਾ। 2 ਹਫ਼ਤੇ ਬਾਅਦ ਫੋਰਮੈਨ ਘਰ ਆਇਆ ਤੇ ਮੈਨੂੰ ਇੱਕ ਲਿਫਾਫਾ ਫੜਾ ਕੇ ਕਹਿੰਦਾ ਕਿ ਕਿਸੇ ਨੂੰ ਦੱਸੀ ਨਾ, ਤੇਰੀ 2 ਹਫ਼ਤੇ ਦੀ ਤਨਖਾਹ ਤੇ ਤੇਰੇ ਇਲਾਜ ਦੇ ਪੈਸੇ ਵੀ ਕੰਪਨੀ ਦੇ ਜ਼ਿੰਮੇ ਪਾ ਦਿੱਤੇ ਕਿ ਸੱਟ ਕੰਮ ਤੇ ਲੱਗੀ ਸੀ। ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਇਹ ਤਾਂ ਇੱਕ ਕਿਸਮ ਦਾ ਮਿਹਨਤ ਦਾ ਮੁੱਲ ਹੀ ਸੀ। ਕਤੀਬ ਜਿਹੜੀ ਕਿ ਉੱਥੇ ਦੀ ਇੱਕ ਹਥਿਆਰਬੰਦ ਰੱਡਾ ਪਾਰਟੀ ਅੱਜ ਦੇ ਭਾਰਤ ਵਿਚਲੇ RSS ਵਾਂਗਰ ਸੀ। ਉਹ ਨਾ ਤਾਂ ਪੁਲਿਸ ਨੂੰ ਕੁਝ ਸਮਝਦੀ ਸੀ ਤੇ ਨਾ ਹੀ ਆਰਮੀ ਨੂੰ। ਬਾਰਡਰ ਤੇ ਵੀ ਆਪ ਹੀ ਲੜਦੇ ਸਨ। ਪੂਰੇ ਮੁਲਕ ਦੀ ਵਾਗ ਡੋਰ ਉਹਨਾਂ ਸੰਭਾਲੀ ਹੋਈ ਸੀ। ਜਿਹਨੂੰ ਮਰਜ਼ੀ ਕੁੱਟ ਮਾਰ ਕਰ ਦਿੰਦੇ ਸਨ। ਉਹਨਾਂ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਸੀ। ਉਹ ਰਾਤ ਬਰਾਤੇ ਆਪਣੇ ਮੁੰਡਿਆਂ ਦੇ ਅੱਡਿਆਂ ਤੇ ਛਾਪੇ ਮਾਰਦੇ ਸੀ ਤੇ ਮੁੰਡੇ ਇਕੱਠੇ ਕਰਕੇ ਬਾਰਡਰ ਤੇ ਲੈ ਜਾਂਦੇ ਸਨ ਤੇ ਫਿਰ 2-2, 3-3 ਦਿਨ ਉਹਨਾਂ ਤੋਂ ਮੁਫਤ ਵਿੱਚ ਕੰਮ ਕਰਾਉਂਦੇ ਸਨ। ਜੇ ਕੋਈ ਉਹਨਾਂ ਮੋਹਰੇ ਭੱਜਾ ਜਾਂਦਾ ਢਿੱਕੇ ਆ ਜਾਵੇ ਤਾਂ ਉਹ ਗੋਲੀ ਵੀ ਮਾਰ ਦਿੰਦੇ ਸਨ। ਕੰਮ ਕਿਉਂ ਹੁੰਦਾ ਸੀ? ਉਹ ਰੇਤ ਦੇ ਬੋਰੇ ਭਰਾਉਂਦੇ ਸਨ ਤੇ ਇਹ ਬੋਰੇ ਇੱਕ ਦੂਜੇ ਉੱਤੇ ਚੁਣ ਕੇ ਇੱਕ ਕਮਰਾ ਜਿਹਾ ਬਣਾ ਲੈਂਦੇ ਸਨ। ਰੇਤਾ ਵਿੱਚ ਗੋਲੀ ਨਹੀਂ ਲੰਘਦੀ ਤੇ ਇਹ ਉਹਨਾਂ ਦੇ ਸਹਾਰੇ ਨਾਲ ਬਾਰਡਰ ਤੇ ਇੱਕ ਦੂਜੇ ਤੇ ਗੋਲਾਬਾਰੀ ਕਰਦੇ ਸਨ। ਮੇਰੀ ਸਾਰਿਆਂ ਨੂੰ ਇਹ ਹਦਾਇਤ ਸੀ ਕਿ ਜੇ ਫੜੇ ਗਏ ਤਾਂ ਬੰਦਿਆਂ ਵਾਂਗੂ ਕੰਮ ਕਰੋ ਤੇ ਭੱਜਣ ਦੀ ਕੋਸ਼ਿਸ਼ ਨਾ ਕਰਿਓ। ਇੱਕ ਵਾਰੀ ਅਸੀਂ 20 ਕੁ ਜਣੇ ਇਕੱਠੇ ਕਤਈਆਂ ਡਿੱਗੇ ਚੜ ਗਏ। ਅਸੀਂ ਚੁੱਪ-ਚਾਪ ਕੰਮ ਕਰੀ ਗਏ ਤੇ ਸਾਡੇ ਵਿੱਚੋਂ ਇੱਕ ਮੁੰਡਾ ਸੀ, ਆਦਮਪੁਰ ਇਲਾਕੇ ਦਾ, ਨਾਂ ਸੀ ਸੋਹਣ ਲਾਲ। ਉਹ ਹਰ ਵੇਲੇ ਟਪੂ ਕਰਦਾ ਰਹਿੰਦਾ ਤੇ ਹਰ ਇੱਕ ਦਾ ਮਜ਼ਾਕ ਬਣਾਉਂਦਾ। ਉਹ ਚਲਾਕੀ ਨਾਲ ਖਿਸਕਣ ਲੱਗਾ ਤਾਂ ਇੱਕ ਕਤਈਏ ਦੀ ਨਿਗਾਹ ਚੜ ਗਈ। ਉਹਨਾਂ ਫੜ ਲਿਆ, ਨਾਲੇ ਤਾਂ ਉਹਦੇ ਮੋਢਿਆਂ ਤੇ ਬੋਰੀ ਰੇਤ ਦੀ ਰੱਖ ਦੇਣੀ ਤੇ ਪਿੱਛੋਂ ਫੇਰਨ ਡੰਡਾ। ਉਹਦੇ ਵਿਚਾਰੇ ਦੇ ਖੱਲੀਆਂ ਪੈ ਗਈਆਂ, ਤੁਰਿਆ ਵੀ ਨਾ ਜਾਵੇ। ਰਾਤ ਨੂੰ ਕੰਮ ਕਰਾ ਕੇ ਸਾਨੂੰ ਘਰ ਛੱਡ ਗਏ। ਸਵੇਰੇ ਸਾਡਾ ਫੋਰਮੈਨ ਟਰੱਕ ਲੈ ਕੇ ਆ ਗਿਆ। ਕੰਮ ਤੇ ਜਾਣ ਲਈ ਅਸੀਂ ਸਾਰੇ ਤਿਆਰ ਹੋ ਗਏ। ਫੋਰਮੈਨ ਕਹਿੰਦਾ, ਸੋਹਣ ਲਾਲ ਕਿੱਥੇ ਅੱਜ? ਸੀਟੀ ਵੱਜਦੀ ਨਹੀਂ ਸੁਣੀ। ਮੈਂ ਮਜ਼ਾਕ ਨਾਲ ਕਿਹਾ, ਉਸ ਦੀ ਸੀਟੀ ਵਿੱਚ ਪਾਣੀ ਪੈ ਗਿਆ, ਹੁਣ ਨਹੀਂ ਵੱਜਦੀ। ਸਾਰੇ ਉੱਚੀ ਹੱਸਣ ਲੱਗ ਪਏ ਤੇ ਸੋਹਣ ਲਾਲ ਦਾ ਨਾਂ ਸੀਟੀ ਪੈ ਗਿਆ। ਕਹਿੰਦਾ, ਕੋਈ ਨਾ ਹੱਸੇ, ਲਓ ਕਿਤੇ ਤੁਹਾਡੀ ਵਾਰੀ ਵੀ ਆ ਜਾਊ। ਫਿਰ ਉਸ ਵਿਚਾਰੇ ਨੇ ਮੁੜ ਕੇ ਕਦੀ ਸੀਟੀ ਨਾ ਵਜਾਈ। ਲਿਬਨਾਨ 3 ਪਾਸਿਆਂ ਤੋਂ ਘਿਰਿਆ ਹੋਇਆ ਹੈ। ਇੱਕ ਪਾਸੇ ਸੀਰੀਅਨਜ਼ ਆਰਮੀ ਬੈਠੀ ਤੇ ਦੂਜੇ ਪਾਸੇ ਇਜ਼ਰਾਈਲ ਨਾਲ ਹੱਦ ਲੱਗੀ ਹੈ। ਤੀਜੇ ਪਾਸੇ ਸਮੁੰਦਰ ਹੈ ਜਿੱਥੇ ਅਮਰੀਕਾ ਦੇ ਬੇੜੇ ਲੱਗੇ ਹੋਏ ਸਨ। ਇਹਨਾਂ ਦੀ ਆਪਸ ਵਿੱਚ ਗੋਲੀ ਖੜਕਦੀ ਰਹਿੰਦੀ ਸੀ। ਉਸ ਗੋਲਾਬਾਰੀ ਵਿੱਚ ਆਪਣੇ ਕਾਫੀ ਮੁੰਡੇ ਮਾਰੇ ਗਏ ਸਨ। ਇੱਕ ਵਾਰੀ ਮੈਂ ਬੈਰੂਤ ਦੋਸਤਾਂ ਨੂੰ ਮਿਲਣ ਗਿਆ ਸੀ ਤੇ ਉਹ ਦੋਸਤ ਮੈਨੂੰ ਹੋਰ ਦੋਸਤਾਂ ਕੋਲ ਲੈ ਗਏ। ਇੱਕ ਵੱਡਾ ਸਾਰਾ ਪੁਲ ਬਣਿਆ ਸੀ
ਜਿੱਥੇ ਆਪਣੇ ਮੁੰਡਿਆਂ ਨੇ ਮਾੜੀਆਂ ਮੋਟੀਆਂ ਪਲਾਈਆਂ ਲਾ ਕੇ ਕਮਰੇ ਬਣਾਏ ਹੋਏ ਸਨ। 11 ਕੁ ਵਜੇ ਇੱਕ ਗੋਲਾ ਡਿੱਗਾ ਜੋ ਬਿਲਕੁਲ ਮੇਰੇ ਦੋਸਤਾਂ ਦੇ ਕਮਰੇ ਉੱਤੇ ਸੀ। ਸਾਰੇ ਸਮਾਨ ਦੇ ਫੂਸੜੇ ਉਡਾ ਦਿੱਤੇ। ਜੇ ਅਸੀਂ ਦੂਸਰੇ ਦੋਸਤਾਂ ਕੋਲ ਨਾ ਗਏ ਹੁੰਦੇ ਤਾਂ ਤੁਸੀਂ ਮੇਰੀਆਂ ਕਹਾਣੀਆਂ ਤੇ ਗੀਤ ਨਾ ਸੁਣਦੇ, ਕਦੋਂ ਦੇ ਮਰ ਗਏ ਹੁੰਦੇ। ਅਸੀਂ ਦੋਸਤਾਂ ਕੋਲੋਂ ਆ ਕੇ ਪ੍ਰਮਾਤਮਾ ਦਾ ਸ਼ੁਕਰ ਮਨਾਇਆ ਕਿ ਸਾਡੀ ਜਾਨ ਬਚ ਗਈ। ਦੂਸਰੇ ਦਿਨ ਮੈਂ ਲੁਕਦਾ ਛੁਪਦਾ ਗਲੀਓ ਗਲੀ ਹੋ ਕੇ ਜੋਹਣੀ ਸ਼ਹਿਰ ਆਇਆ ਤੇ ਟੈਕਸੀ ਫੜ ਕੇ ਆਪਣੇ ਘਰ ਆ ਗਿਆ। ਬੈਰੂਤ ਦਾ ਕਾਫੀ ਹਿੱਸਾ ਮੁਸਲਮਾਨਾਂ ਅਧੀਨ ਸੀ ਤੇ ਬਾਕੀ ਪਹਾੜੀ ਏਰੀਆ ਸਾਰਾ ਕ੍ਰਿਸਚਨ ਲੋਕਾਂ ਦੇ ਅਧੀਨ ਹੁੰਦਾ ਸੀ। ਮੈਨੂੰ ਮੁਸਲਮਾਨ ਫੌਜੀ ਕਹਿੰਦੇ ਸਨ, ਤੂੰ ਨਾ ਜਾ, ਸਾਡੀ ਦੋਹਾਂ ਗਰੁੱਪਾਂ ਦੀ ਇੱਕ ਦੂਜੇ ਨਾਲ ਗੋਲਾਬਾਰੀ ਚੱਲਦੀ ਆ ਤੇ ਗੋਲੀ ਨੇ ਇਹ ਨਹੀਂ ਵੇਖਣਾ ਕਿ ਤੂੰ ਇੰਡੀਅਨ ਹੈ ਜਾਂ ਕ੍ਰਿਸਚਨ। ਮੈਂ ਉਹਨਾਂ ਨੂੰ ਅਰਬੀ ਵਿੱਚ ਕਿਹਾ ਕਿ ਨਹੀਂ, ਮੈਨੂੰ ਜਾਣ ਦਿਓ। ਜੇਕਰ ਪਰਮਾਤਮਾ ਨੇ ਰਾਤੀ ਹੱਥ ਦੇ ਕੇ ਰੱਖ ਲਿਆ ਤੇ ਹੁਣ ਵੀ ਉਹ ਰੱਖ ਲਵੇਗਾ। ਨਾਲੇ ਇਸ ਉਮਰ ਵਿੱਚ ਬੰਦਾ ਮਰਨ ਮਰਾਉਣ ਤੋਂ ਨਹੀਂ ਡਰਦਾ। ਇਸ ਤਰ੍ਹਾਂ ਮੈਂ ਆਪਣੀ ਭਰ ਜਵਾਨੀ ਦੇ ਦੌਰ ਵਿੱਚ ਲਿਬਨਾਨ ਵਿੱਚ ਚੱਲ ਰਹੀ ਖੂਨੀ ਖਾਨਾ ਜੰਗੀ ਆਪਣੀ ਅੱਖੀਂ ਵੇਖੀ। ਫਿਰ ਪਿੱਛੇ ਚੱਲਦੇ ਹਾਂ। ਰਾਤ ਲੰਘ ਗਈ ਤੇ ਉਹਨਾਂ ਸਾਰੇ ਕਮਰੇ ਵਾਲਿਆਂ ਕੰਮ ਤੋਂ ਹੜਤਾਲ ਕਰ ਦਿੱਤੀ ਕਿ ਪਹਿਲਾਂ ਤਾਂ ਜਿਹੜੇ ਸਾਰੇ ਮੁੰਡੇ ਕਤੀਬ ਚੁੱਕ ਕੇ ਲੈ ਗਏ ਉਹ ਵਾਪਸ ਲਿਆਓ ਤੇ ਇਹਨਾਂ 4 ਜਣਿਆਂ ਨੂੰ ਕੰਮ ਤੋਂ ਕੱਢ ਦਿਓ। ਫੋਰਮੈਨ ਮੁੰਡਿਆਂ ਨੂੰ ਤਾਂ ਛਡਾ ਕੇ ਲੈ ਆਏ ਤੇ ਹੁਣ ਸਾਰੇ ਇਹੀ ਮੰਗ ਕਰ ਰਹੇ ਸਨ ਕਿ ਸਾਡੇ ਮੁੰਡਿਆਂ ਨੂੰ ਇਹਨਾਂ ਬਹੁਤ ਕੁੱਟਿਆ ਹੈ ਤੇ ਇਹ ਬਦਮਾਸ਼ੀ ਕਰਦੇ ਹਨ। ਫੋਰਮੈਨ ਨੇ ਸਾਡੇ ਨਾਲ ਗੱਲ ਕੀਤੀ ਤਾਂ ਅਸੀਂ ਕਹਿ ਦਿੱਤਾ ਕਿ ਜੇ ਇਹ ਕੰਮ ਛੱਡ ਕੇ ਚਲੇ ਜਾਂਦੇ ਹਨ ਤਾਂ ਅਸੀਂ ਦੂਸਰੇ ਸ਼ੇਖ ਦੇ ਸਾਰੇ ਮੁੰਡੇ ਇਸ ਕੰਪਨੀ ਵਿੱਚ ਲੈ ਆਵਾਂਗੇ। ਸਾਨੂੰ ਪਤਾ ਸੀ ਉਹ ਕਿਤੇ ਨਹੀਂ ਜਾਣ ਲੱਗੇ, ਬਸ ਡਰਾਵੇ ਹੀ ਮਾਰਦੇ ਨੇ। ਫੋਰਮੈਨ ਨੇ ਉਹਨਾਂ ਨੂੰ ਕਹਿ ਦਿੱਤਾ, ਜੇ ਸਵੇਰੇ ਕੰਮ ਤੇ ਨਹੀਂ ਆਉਣਾ ਉਹਨਾਂ ਨੂੰ ਦੱਸ ਦਿਓ, ਤੁਸੀਂ ਖੁਸ਼ੀ ਨਾਲ ਜਾ ਸਕਦੇ ਹੋ। ਅਗਲੇ ਹਫਤੇ ਆਪਣੇ ਬਣਦੇ ਪੈਸੇ ਲੈ ਜਾਇਓ, ਪਰ ਇਹਨਾਂ 4 ਮੁੰਡਿਆਂ ਨੂੰ ਅਸੀਂ ਕੰਮ ਤੋਂ ਨਹੀਂ ਕੱਢ ਸਕਦੇ। ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਦੂਸਰੇ ਦਿਨ ਅਸੀਂ ਵੇਖਿਆ ਸਾਰੇ ਜਣੇ ਬੇਲਚੇ, ਗੈਂਤੀਆਂ, ਮਿੱਟੀ ਪੁੱਟਣ ਵਾਲਾ ਔਜ਼ਾਰ ਚੁੱਕੀ ਸੜਕੀ ਟੁਰੇ ਜਾਂਦੇ ਸਨ। ਫਿਰ ਉਹ ਕੰਨਾਂ ਵਿੱਚ ਪਾਏ ਨਾ ਰੜਕੇ। ਕੁਝ ਨੇ ਤਾਂ ਸਾਡੇ ਨਾਲ ਦੋਸਤੀ ਪਾ ਲਈ ਤਾਂ ਕੁਝ ਅਜੇ ਵੀ ਖਾਰ ਖਾਂਦੇ ਸਨ। ਫੋਰਮੈਨ ਪੂਰੇ ਸਾਡੇ ਹੱਕ ਵਿੱਚ ਸੀ। ਇਸੇ ਤਰ੍ਹਾਂ ਟਾਈਮ ਲੰਘਦਾ ਗਿਆ ਤੇ ਸਾਡੇ ਵਿਰੋਧੀਆਂ ਨੇ ਖੂਬੀ ਮਾਰ ਦਿੱਤੀ। ਤਲਵੰਡੀ ਕੋਕਿਆਂ ਦਾ ਇੱਕ ਮੁੰਡਾ ਯਾਨੀ ਸਾਡੇ ਵਿਰੋਧੀ ਪਾਰਟੀ ਦੇ ਪਿੰਡ ਦਾ, ਉਹ ਸਾਡੇ ਨਾਲ ਨਹੀਂ ਸੀ ਰਹਿੰਦਾ, ਪਰ ਇੱਕ ਦਿਨ ਇਹਨਾਂ ਨੂੰ ਮਿਲਣ ਆਇਆ। ਨਾਂ ਸੀ ਉਹਦਾ ਚੇਤੂ। ਸ਼ਰਾਬੀ ਕਬਾਬੀ ਬੰਦਾ ਸੀ। ਕਦੇ ਕਿਸੇ ਪਿੰਡ ਦੇ ਕੋਲ ਚਲੇ ਗਿਆ, ਕਦੇ ਕਿਸੇ ਸ਼ਰਾਬ ਪੀ ਛੱਡਣੀ ਤੇ ਰੋਟੀ ਖਾ ਛੱਡਣੀ। ਨਾ ਕੋਈ ਘਰ ਨਾ ਘਾਟ ਸੀ ਤੇ ਨਾ ਕੋਈ ਕੰਮਕਾਰ ਸੀ। ਉਹਨੇ ਸਾਡੇ 4 ਜਣਿਆਂ ਦੇ ਪਾਸਪੋਰਟ ਚੋਰੀ ਕਰ ਲਏ। ਅਸੀਂ ਕਦੇ ਕਮਰੇ ਨੂੰ ਜਿੰਦਰਾ ਨਹੀਂ ਸੀ ਲਾਇਆ। ਸਾਨੂੰ ਪਤਾ ਵੀ ਸ਼ਾਇਦ ਮਹੀਨੇ ਬਾਅਦ ਲੱਗਾ। ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅਸੀਂ ਵਿਰੋਧੀਆਂ ਨੂੰ ਬਹੁਤ ਕਿਹਾ ਕਿ ਤੁਹਾਡੇ ਤੋਂ ਬਗੈਰ ਸਾਡੇ ਪਾਸਪੋਰਟ ਹੋਰ ਕੋਈ ਚੋਰੀ ਨਹੀਂ ਕਰ ਸਕਦਾ। ਉਹਨਾਂ ਵਿੱਚੋਂ ਹੀ ਸਾਨੂੰ ਇੱਕ ਭੇਤੀ ਨੇ ਦੱਸਿਆ ਪਈ ਤੁਹਾਡੇ ਪਾਸਪੋਰਟ ਚੇਤੂ ਨੇ ਚੋਰੀ ਕੀਤੇ ਹਨ। ਉਹਨਾਂ ਦਿਨਾਂ ਵਿੱਚ ਪਾਸਪੋਰਟ 1500 ਲੀਰੋ ਵਿੱਚ ਵਿਕ ਜਾਂਦਾ ਸੀ। ਹੁਣ ਲਿਬਨਾਨ ਤੇ ਸੀਰੀਆ ਵਿੱਚ ਲੜਾਈ ਲੱਗ ਗਈ। ਉਧਰੋਂ ਇਧਰੋਂ ਕਾਫੀ ਗੋਲਾਬਾਰੀ ਹੁੰਦੀ ਰਹੀ। ਹੁਣ ਕਤੀਬ ਵਾਲਿਆਂ ਨੂੰ ਰੇਤਾਂ ਦੇ ਬੋਰੇ ਭਰਨ ਵਾਲਿਆਂ ਦੀ ਬੜੀ ਜ਼ਰੂਰਤ ਸੀ। ਉਹ ਸਾਡੀ ਰਿਹਾਇਸ਼ ਤੇ ਕੰਮ ਤੇ ਮੁੰਡਿਆਂ ਦੀ ਭਾਲ ਕਰਦੇ ਰਹਿੰਦੇ ਸਨ। ਸਾਡਾ ਰਹਿਣਾ ਬੇਹਾਲ ਕਰ ਦਿੱਤਾ। ਕੰਮ ਤਾਂ ਇੱਕ ਪਾਸੇ, ਉਹ ਕੁੱਟਦੇ ਵੀ ਬਹੁਤ ਸਨ। ਇੱਕ ਦਿਨ ਮੈਂ ਤੇ ਰਾਣਾ ਕੰਮ ਤੇ ਆ ਰਹੇ ਸੀ। ਪਿੱਛੋਂ ਕਤੀਬੀਆਂ ਦਾ ਜੋਗਾ ਆਇਆ ਤੇ ਸਾਨੂੰ ਵਿੱਚ ਸੁੱਟ ਲਿਆ, ਨਾਲੇ ਕੁੱਟਿਆ ਮਾਰਿਆ ਤੇ ਰਾਤ ਨੂੰ ਇੱਕ ਟਾਇਲਟ ਵਿੱਚ ਬੰਦ ਕਰ ਦਿੱਤਾ। ਅਸੀਂ ਸਾਰੀ ਰਾਤ ਅੰਦਰ ਹੀ ਬਹਿ ਕੇ ਰਾਤ ਕੱਟੀ। ਅਸੀਂ ਕਿਹੜਾ ਗੁਰੂ ਪੀਰ ਨਹੀਂ ਤੇ ਆਇਆ ਬਈ ਅੱਜ ਸਾਡੀ ਜਾਨ ਬਚਾ ਲੈ। ਜਦੋਂ ਸਵੇਰ ਦੇ 11 ਕੁ ਵਜੇ ਤਾਂ ਅਸੀਂ ਉਡੀਕ ਰਹੇ ਸੀ ਕਿ ਕੋਈ ਨਾ ਕੋਈ ਤਾਂ ਸਾਡੀ ਖਬਰ ਲੈਣ ਆਵੇਗਾ ਹੀ, ਪਰ ਕੋਈ ਨਾ ਆਇਆ। ਗੇਟ ਵੱਲ ਡਰਦੇ ਅਸੀਂ ਹੱਥ ਵੀ ਨਹੀਂ ਸਨ ਲਾਉਂਦੇ ਕਿ ਕੀ ਪਤਾ ਕਿਦੋਂ ਆਵੇ ਤੇ ਕਹੇ ਕਿ ਤੁਸੀਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ। ਫਿਰ ਮੈਂ ਰੱਬ ਦਾ ਨਾਮ ਲੈ ਕੇ ਗੇਟ ਵੱਲ ਆਇਆ
ਤਾਂ ਵੇਖਿਆ ਕਿ ਗੇਟ ਖੁੱਲਾ ਸੀ। ਉਹ ਲਾਕ ਲਾਉਣਾ ਭੁੱਲ ਗਏ ਸੀ। ਅਸੀਂ ਸੋਚਿਆ ਵੇਖੀ ਜਾਓ, ਗੋਲੀ ਮਾਰ ਦੇਣਗੇ ਨਾ, ਇਸ ਤੋਂ ਵੱਧ ਕੀ ਹੋਏਗਾ। ਵੈਸੇ ਵੀ ਤਾਂ ਅੰਦਰ ਭੁੱਖਿਆ ਮਰ ਹੀ ਜਾਣਾ। ਮੈਂ ਗੇਟ ਖੋਲ ਕੇ ਬਾਹਰ ਵੇਖਿਆ, ਸੜਕ ਵਾਲੇ ਪਾਸੇ ਸ਼ਟਰ ਲੱਗਾ ਹੋਇਆ ਸੀ। ਅਸੀਂ ਸ਼ਟਰ ਨੂੰ ਦੋਨਾਂ ਪਾਸਿਓਂ ਹੌਲੀ ਹੌਲੀ ਚੁੱਕ ਕੇ ਵੇਖਿਆ ਤਾਂ ਸ਼ਟਰ ਵੀ ਬਾਹਰੋਂ ਖੁੱਲਾ ਸੀ, ਕੁੰਡੀ ਨਹੀਂ ਸੀ ਲੱਗੀ ਹੋਈ। ਕੋਈ ਰੱਬ ਦਾ ਕਰਿਸ਼ਮਾ ਜੋ ਸਾਨੂੰ ਬਚਾਉਣ ਲਈ ਸੀ। ਅਸੀਂ ਰੱਬ ਦਾ ਨਾਂ ਲੈ ਕੇ ਸ਼ਟਰ ਚੁੱਕਿਆ ਤਾਂ ਉਹ ਸਾਡੇ ਗੋਡਿਆਂ ਬਰਾਬਰ ਉੱਚਾ ਚੁੱਕਿਆ ਗਿਆ। ਅਸੀਂ ਲੰਮੇ ਪੈ ਕੇ ਬਾਹਰ ਨਿਕਲੇ ਤਾਂ ਚੌਂਕ ਵੱਲ ਨੂੰ ਹੋ ਟੁਰੇ। ਅਸੀਂ ਇੱਕ ਪਲ ਵੀ ਉੱਥੇ ਰੁਕਣਾ ਨਹੀਂ ਸੀ ਚਾਹੁੰਦੇ। ਚੌਂਕ ਵਿੱਚ ਹੀ ਕਤੀਬੀਆਂ ਦਾ ਦਫ਼ਤਰ ਸੀ ਤੇ ਚੌਂਕ ਵਿੱਚੋਂ ਹੀ ਸਾਨੂੰ ਟੈਕਸੀ ਮਿਲਣੀ ਸੀ। ਅਸੀਂ ਟੈਕਸੀ ਫੜੀ ਤੇ ਘਰੇ ਆ ਕੇ ਆਪਣੇ ਕੱਪੜੇ ਚੇਂਜ ਕੀਤੇ। ਦੂਰ ਸਾਡਾ ਇੱਕ ਮਿੱਤਰ ਕੰਮ ਕਰਦਾ ਸੀ, ਉਸ ਕੋਲ ਪਹੁੰਚ ਗਏ। ਕੋਈ 4-5 ਦਿਨ ਬਾਅਦ ਅਸੀਂ ਵਾਪਸ ਆਏ। ਕਈ ਲੋਕ ਚੰਗੇ ਵੀ ਨੇ ਤੇ ਬਾਲੇ ਨਫ਼ਰਤ ਵੀ ਕਰਦੇ ਸਨ ਕਿ ਇਹਨਾਂ ਨੇ ਸਾਡੀਆਂ ਜੂਹਾਂ ਸਾਥੋਂ ਖੋਹ ਲਈਆਂ ਨੇ। ਅਸੀਂ ਪੈਸੇ ਉਹਨਾਂ ਤੋਂ ਘੱਟ ਲੈਂਦੇ ਸਾਂ ਤੇ ਕੰਮ ਵੀ ਜ਼ਿਆਦਾ ਕਰਦੇ ਸਾਂ। ਕਹਿੰਦੇ ਨੇ ਸਭ ਨੂੰ ਕੰਮ ਪਿਆਰਾ ਹੁੰਦਾ ਹੈ, ਚੰਮ ਨਹੀਂ। ਹੁਣ ਲਿਬਨਾਨ ਵਿੱਚ ਲੜਾਈ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਬੰਬ ਡਿੱਗਦੇ ਹੀ ਰਹਿੰਦੇ ਸਨ। ਸਾਡੀ ਬਦਕਿਸਮਤੀ ਇਹ ਸੀ ਕਿ ਸਾਡੀ ਰਿਹਾਇਸ਼ ਸਾਈਡੈਂਟ ਪਲੇਸ ਰਾਸ਼ਟਰਪਤੀ ਮਹਿਲ ਦੇ ਕੋਲ ਸੀ। ਸੀਰੀਆ ਵਾਲੇ ਬੰਬ ਸੁੱਟਦੇ ਸਨ ਸ਼ੇਖ ਦੀ ਕੋਠੀ ਤੇ, ਪਰ ਡਿੱਗ ਪੈਂਦੇ ਸਨ ਆਲੇ ਦੁਆਲੇ ਮਕਾਨਾਂ ਤੇ। ਇੱਕ ਦਿਨ ਸ਼ਾਮ ਨੂੰ ਅਸੀਂ ਕੰਮ ਤੇ ਆ ਕੇ ਨਹਾ ਕੇ ਰੋਟੀ ਦੀ ਤਿਆਰੀ ਕਰ ਰਹੇ ਸੀ ਕਿ 3 ਬੰਬ ਫਟਣ ਦੀ ਆਵਾਜ਼ ਆਈ। ਅਸੀਂ ਸਾਰੇ ਜਣੇ ਫਟਾਫਟ ਥੱਲੇ ਲੰਮੇ ਬਹਿ ਗਏ। ਨਾਲ ਇੱਕ ਖੁਰਲੀ ਜਿਹੀ ਬਣੀ ਹੋਈ ਸੀ ਜੋ ਸ਼ਾਇਦ ਭੇਡਾਂ ਨੂੰ ਪਾਣੀ ਪਿਆਉਣ ਵਾਸਤੇ ਸੀ। ਉਸ ਦੇ ਸਹਾਰੇ ਸਾਡੀ ਜਾਨ ਬਚ ਗਈ ਤੇ ਬੰਬ ਦੀਆਂ ਕੈਂਕਰੀਆਂ ਸਾਡੇ ਉੱਤੋਂ ਦੀ ਖਿਲਰ ਰਹੀਆਂ ਸਨ। ਜੇ ਕਿਤੇ ਉਹੀ ਬੰਬ 30 ਮੀਟਰ ਦੀ ਦੂਰੀ ਤੇ ਸਾਡੇ ਵਾਲੇ ਪਾਸੇ ਨੂੰ ਡਿੱਗਿਆ ਹੁੰਦਾ ਤਾਂ ਸਾਡਾ ਨਾਮ ਨਿਸ਼ਾਨ ਨਹੀਂ ਸੀ ਲੱਭਣਾ। ਸਾਡੇ ਕੋਲ ਇੱਕ ਰੇਡੀਓ ਹੁੰਦਾ ਸੀ। ਉਸ ਤੇ ਸ਼ਾਮ ਨੂੰ ਪੰਜਾਬੀ ਖਬਰਾਂ ਆਉਂਦੀਆਂ ਸਨ 610 AM ਤੇ। ਅਸੀਂ ਲੜਾਈ ਬਾਰੇ ਸੁਣਦੇ ਰਹਿੰਦੇ ਸੀ ਕਿ ਕਦੋਂ ਇਹ ਆਫਤ ਖਤਮ ਹੋਵੇਗੀ। ਜਾਨ ਮੁੱਠੀ ਵਿੱਚ ਆਈ ਰਹਿੰਦੀ ਸੀ, ਪਤਾ ਨਹੀਂ ਕਦੋਂ ਮੌਤ ਦੇ ਮੂੰਹ ਵਿੱਚ ਜਾ ਪਈਏ। ਦਿਨੇ ਅਸੀਂ ਕੰਮ ਕਰਨਾ ਤੇ ਰਾਤ ਨੂੰ ਕਤੀਬ ਵਾਲਿਆਂ ਆ ਧਮਕਾਉਣਾ ਕਿ ਚਲੋ ਭਰੋ ਰੇਤਾਂ ਦੇ ਬੋਰੇ। ਅਸੀਂ ਲਹਿੰਦੇ ਵੱਲ ਨੂੰ ਨਿਗਾਹ ਮਾਰਨੀ ਤਾਂ ਸਮੁੰਦਰ ਵਿੱਚ ਅਮਰੀਕੀ ਬੇੜਾ ਖੜਾ ਕੀਤਾ ਸੀ। ਸਾਨੂੰ ਉਸ ਤੇ ਉਮੀਦ ਸੀ ਕਿ ਕਦੇ ਨਾ ਕਦੇ ਇਹਨਾਂ ਮੁਲਕਾਂ ਦਾ ਸਮਝੌਤਾ ਕਰਾ ਦੇਵੇਗਾ, ਪਰ ਅਮਰੀਕਾ ਦੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਦੋਹਾਂ ਮੁਲਕਾਂ ਨੂੰ ਲੜਾਓ ਤੇ ਆਪਣੇ ਹਥਿਆਰ ਵੇਚੋ। ਇੱਕ ਮੁਸੀਬਤ ਇਹਨਾਂ ਮੁਲਕਾਂ ਦੀ ਆਪਸ ਵਿੱਚ ਲੱਗੀ ਲੜਾਈ ਤੇ ਦੂਜੀ ਆਪਣੇ ਪੰਜਾਬੀ ਮੁੰਡੇ ਆਪਸ ਵਿੱਚ ਬਹੁਤ ਲੜਦੇ ਸਨ। ਕਹਿੰਦੇ ਨੇ ਗੁਆਂਢ ਦਾ ਰੂਪ ਭਾਵੇਂ ਨਾ ਆਵੇ, ਮੱਤ ਆ ਹੀ ਜਾਂਦੀ ਹੈ। ਸੋ ਗਰੁੱਪ ਬਣਾ ਲੈਂਦੇ ਸਨ ਤੇ ਦਿਨ ਮਿੱਥ ਕੇ ਲੜਾਈਆਂ ਹੁੰਦੀਆਂ ਸਨ। ਅਸੀਂ ਚਾਰੇ ਜਾਣੇ, ਮੈਂ, ਬਿੰਦਰ, ਸ਼ੇਰ ਤੇ ਰਾਣਾ, ਦੂਜੇ ਸ਼ਹਿਰ ਕਿਸੇ ਦੋਸਤ ਨੂੰ ਮਿਲਣ ਗਏ ਸੀ। ਅਜੇ ਮੂੰਹ ਹਨੇਰਾ ਜਿਹਾ ਹੀ ਸੀ। 2-2 ਪੈਰੀ ਲਾਏ ਸਨ ਕਿ ਵੇਖਦੇ ਹਾਂ ਇੱਕ ਮੁੰਡਾ ਹੱਥ ਵਿੱਚ ਕੋਕਿਆਂ ਵਾਲੀ ਪਲੇਟ ਤੇ ਨਾਲ 5 ਜਣੇ ਉਸ ਦੇ ਸਾਥੀ ਪੂਰੀ ਬਦਮਾਸ਼ੀ ਕਰ ਰਹੇ ਸਨ। ਸਾਡੇ ਦੋਸਤ ਨੂੰ ਪੁੱਛਣ ਲੱਗੇ, ਬਲਬੀਰ ਇੱਥੇ ਤਾਂ ਨਹੀਂ ਆਇਆ? ਉਹ ਕਹਿੰਦਾ ਨਹੀਂ। ਉਹ ਅੱਗੇ ਲੰਘ ਗਏ। ਦੋਸਤ ਕਹਿੰਦਾ ਅੱਜ ਬਲਬੀਰ ਵਿਚਾਰੇ ਦੀ ਫੇਰ ਸ਼ਾਮਤ ਆ ਗਈ। ਸਾਨੂੰ ਉਹਨੇ ਕਹਾਣੀ ਦੱਸੀ ਕਿ ਇਹ ਬਲਬੀਰ ਦੇ ਹੀ ਪਿੰਡ ਦੇ ਮੁੰਡੇ ਹਨ ਤੇ ਜੱਟਾਂ ਦੇ ਮੁੰਡੇ ਹੋਣ ਇਹ ਉਹਨੂੰ ਵਿਚਾਰੇ ਨੂੰ ਜਦੋਂ ਮਰਜ਼ੀ ਆ ਕੇ ਉਸ ਦੇ ਚਮਾਰ ਹੋਣ ਕਰਕੇ ਕੁੱਟ ਜਾਂਦੇ ਹਨ। ਜੋ ਉਹ ਵਿਚਾਰਾ ਗਰੀਬ ਭਲਾ ਮਾਨਸ ਡਰਦਾ ਅੱਗੇ ਹੱਥ ਨਹੀਂ ਚੁੱਕਦਾ ਤੇ ਇਹ ਉਹਦੀ ਜਦੋਂ ਜੀ ਕਰੇ ਕੁੱਟਮਾਰ ਕਰਦੇ ਨੇ ਤੇ ਜ਼ਲੀਲ ਕਰਦੇ ਨੇ। ਮੈਂ ਸੋਚਿਆ ਜੱਟਾਂ ਦੇ ਮੁੰਡੇ ਤਾਂ ਅਸੀਂ ਵੀ ਹਾਂ। ਸਾਨੂੰ ਤਾਂ ਸਾਡੇ ਗੁਰੂਆਂ ਨੇ ਸਿਖਾਇਆ ਵੀ ਨਾ ਧੱਕਾ ਕਰਨਾ ਨਾ ਜਰਨਾ। ਅਸੀਂ ਆਪਣੇ ਦੋਸਤ ਨੂੰ ਕਿਹਾ ਤੂੰ ਚੱਲ ਸਾਡੇ ਨਾਲ ਤੇ ਦੱਸ ਉਹ ਕਿੱਥੇ ਰਹਿੰਦਾ ਏ। ਅਸੀਂ 5 ਨੇ ਡਾਂਗਾ ਫੜੀਆਂ ਤੇ ਪਹੁੰਚ ਗਏ ਤੇ ਵੈਸੇ ਅਸੀਂ ਡਰਦੇ ਵੀ ਸੀ ਕਿ ਬਗਾਨੇ ਘਰ ਜਾ ਕੇ ਲੜਨਾ ਸਾਡੇ ਤੇ ਪੁੱਠੀ ਵੀ ਪੈ ਸਕਦੀ ਹੈ, ਪਰ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਕਿ ਲੜਾਈ ਵਿੱਚ ਬਹੁ ਗਿਣਤੀ ਨਹੀਂ, ਜਿਗਰੇ ਜਿੱਤਿਆ ਕਰਦੇ ਹਨ। ਵਰਦੀਆਂ ਡਾਂਗਾਂ ਵਿੱਚ ਕੋਈ ਮਾਈ ਦਾ ਲਾਲ ਨਹੀਂ ਖੜਦਾ। ਅਸੀਂ ਕੀ ਵੇਖਦੇ ਹਾਂ ਕਿ ਉਹ ਜੱਟਾਂ ਦੇ ਮੁੰਡੇ ਉਸ ਗਰੀਬ ਬੇਬਸ ਚਮਾਰ ਜਾਤੀ ਦੇ ਮੁੰਡੇ ਦੀਆਂ ਕੰਨ ਫੜਾ ਕੇ ਬੈਠਕਾਂ ਕਢਾ ਰਹੇ ਸਨ।
ਤੇ ਨਾਲੇ ਉਹਦੇ ਥੱਪੜ ਮਾਰ ਰਹੇ ਸਨ। ਮੈਂ ਇਹਨਾਂ ਚੌਹਾਂ ਨੂੰ ਅੰਦਰ ਭੇਜ ਦਿੱਤਾ, ਕਿਹਾ ਕਿ ਜਾਂਦਿਆਂ ਹੀ ਕੁਟਾਪਾ ਚਾੜ ਦਿਓ ਇਹਨਾਂ ਲੰਡੂਆਂ ਨੂੰ। ਬੂਹੇ ਤੇ ਮੈਂ ਖੜਦਾ, ਬਾਹਰ ਮੈਂ ਕਿਸੇ ਨੂੰ ਭੱਜਣ ਨਹੀਂ ਦਿੰਦਾ, ਜੋ ਹੋਊ ਉਹ ਵੇਖੀ ਜਾਊ। ਮੈਂ ਲਲਕਰਾ ਮਾਰ ਕੇ ਸਾਰਿਆਂ ਨੂੰ ਕਿਹਾ, ਆ ਜਿੱਥੇ ਜਿੱਥੇ ਕੋਈ ਬੈਠਾ ਰਹੇ, ਤੁਹਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਅਸੀਂ ਤਾਂ ਇਹਨਾਂ ਪੰਜਾਂ ਨਾਲ ਨਿਬੇੜਾ ਕਰਨਾ। ਖੈਰ ਕੋਈ ਨਾ ਹਿੱਲਿਆ ਤੇ ਅਸੀਂ ਪੰਜਾਂ ਦਾ ਕੁਟਾਪਾ ਕਰਨਾ ਸ਼ੁਰੂ ਕਰ ਦਿੱਤਾ। ਜੱਟ ਹੋਣ ਕਰਕੇ ਰਾਹ ਦੇ ਅਸੀਂ ਤਾਂ ਗੁਰੂਆਂ ਦੇ ਵਾਕ ਤੇ ਪਹਿਰਾ ਦੇ ਰਹੇ ਸਾਂ। ਕੋਈ ਬਾਹਰ ਨੂੰ ਭੱਜੇ ਤਾਂ ਭੱਜਣ ਵਾਲੇ ਰਸਤੇ ਤੇ ਖੜਾ ਮੈਂ ਮੋਹਰੇ ਡਾਂਗ ਫੇਰਾਂ। ਬਸ ਫੇਰ ਕੀ ਸੀ, ਤਸੱਲੀ ਨਾਲ ਉਹਨਾਂ ਦੀ ਛਿੱਲੀ ਕੁੱਟ ਕੀਤੀ, ਬਲੇਡ ਵਾਲੇ ਦੀਆਂ ਬੈਠਕਾਂ ਕਢਾਈਆਂ ਤੇ ਬਲਬੀਰ ਨੂੰ ਕਿਹਾ, ਹੁਣ ਤੂੰ ਇਹਦੇ ਬਲੇਡ ਫੜ ਓਏ। ਉਹ ਵਿਚਾਰਾ ਡਰੇ, ਕਹਿੰਦਾ, ਭਾਜੀ ਤੁਸੀਂ ਤਾਂ ਅੱਜ ਚਲੇ ਜਾਣਾ ਤੇ ਇਹ ਮੈਨੂੰ ਫੇਰ ਤੰਗ ਕਰਿਆ ਕਰਨਗੇ। ਮੈਂ ਕਿਹਾ, ਤੂੰ ਫਿਕਰ ਨਾ ਕਰ, ਇਹ ਤੈਨੂੰ ਦੁਬਾਰਾ ਸ਼ਹਿਰ ਵਿੱਚ ਕੀ ਲਬਨਾਨ ਵਿੱਚ ਵੀ ਲੱਭਿਆਂ ਵੀ ਨਹੀਂ ਲੱਭਣਗੇ। ਇੰਨੇ ਨੂੰ ਬਾਹਰੋਂ ਰੌਲਾ ਪੈ ਗਿਆ ਕਿ ਕਤੀਬੀ ਆ ਗਏ। ਅਸੀਂ ਫੇਰ ਉੱਥੋਂ ਦੌੜ ਗਏ, ਕਿਤੇ ਮਾਮੇ ਸਾਡੀਆਂ ਹੀ ਬੈਠਕਾਂ ਨਾ ਕਢਵਾਉਣ। ਥੋੜੀ ਦੂਰ ਜਾ ਕੇ ਟੈਕਸੀ ਫੜੀ ਤੇ ਅਸੀਂ ਆਪਣੇ ਘਰ ਆ ਗਏ।